लिविंग इंडिया न्यूज़ ते मैं मनदीप तुहाडा सारिਆਂ ਦਾ स्वागत करदी हां जी। उम्मीद करदी हां सारे चढ़दी कला च होंगे। सो तुहाडी खिदमत च हैल्थ नाल जुड़िया शो से गुड बाय टू डायलिसिस लैके हाजिर हो गए हां। तुहाडे मन च डायलिसिस नाल जुड़े गुरदियां नाल जुड़े मन च कोई भी सवाल ने तुसीं शो दे राहीं साडे नाल डिस्कस कर सकदे हो। इस शो दे विच मेरे नाल मेरा साथ दिंदे हुंदे ने जी कुंदन किडनी केयर सेंटर तो डॉक्टर बलकार जी। सो सब तो पहला सर हुणां दा स्वागत कर लैने। सत श्री अकाल डॉक्टर साहब। सत श्री अकाल जी। की हाल चाल ने? बहुत वधिया जी, तुसीं सुणाओ की हाल चाल? बहुत वधिया जी। सो साडे जिहड़े दर्शक ने जी तुसीं सानूं देख रहे हो, मन च कोई भी सवाल हैगा डिस्कस कर सकते हो। नंबर स्क्रीन के उत्ते लगातार डिस्पले हो रहा है। सो गुरदियां नूं लैके अज खास चर्चा रहेगी। गुरदियां नाल जुड़िया कोई भी सवाल है जरूर डिस्कस करियो। सब तो पहला आपां गुरदियां दा जिहड़ा शो अज करन जा रहा है, पहला तो गुरदियां दे काम तो शुरुआत कर लैंदे आ। एक बॉडी दा मेन पार्ट हैगा गुरदे, है ना? सो फंक्शनिंग की करदे, किहड़े काम दे साडी हेल्पफुल करदे ने गुरदे? देखो, गुरदियां दे साडे बहुत सारे काम हैगे आ। उन्हां विचों किस तरह कि जिद्दां साडा HB नूं बनाना हैगा आ, साडे शरीर दे कई सारे इलैक्ट्रोलाइट्स मतलब अलग अलग तरह के साडे शरीर दे अंदर नमक हुंदे आ, कैल्शियम, पोटाशियम, सोडियम, फास्फोरस। इन्हां नूं मेनटेन करके रखना, इन्हां दी बराबर मात्रा रखना, वध मात्रा नूं बाहर कढ देना आ और घटी मात्रा नूं पूरा कर देना। सो एक तां इह फंक्शन हो गया। एक दूसरा फंक्शन होर भी आ कि वो साडे शरीर चों जिहड़े गंदे मादे आ, जिहड़े वेस्ट प्रोडक्ट्स हैगे आ, वो पेशाब रस्ते बाहर कढदे आ। सो ये मेन दो काम साडे गुरदियां दे हैगे आ, जिहड़े काफी हेल्पफुल रहिंदे आ। बिल्कुल। सो शरीर नूं हष्ट पुष्ट रखण दे विच ये दोनों जिहड़े काम ने बहुत ज़्यादा कारगुजार हैगे ने। आपां हुण इन्हां दी थोड़ी जी खराबी दी चर्चा कर लैंदे हां, है ना? मेन कारण किहड़ियां चीज़ां नूं मंनदे हो? साडी डाइट नूं मंनदे हो या बॉडी दे विच किस गल दे डिसबैलेंस नूं रीजन मन्निया जांदा जिस करके गुरदियां दी समस्या उत्पन्न हुंदी है? देखो, गुरदियां दी जिहड़ी समस्या हैगी आ ਉਹਦੇ बहुत सारे कारण हैगे आ, पर जे ਅਸੀਂ 60% ਗੁਰਦੇ ਖਰਾਬ ਦੇ ਮਰੀਜ਼ ਦੇਖੀਏ ਤੇ ਉਹਨਾਂ ਦੇ ਜਿਹੜੇ ਕਾਰਨ ਹੈਗੇ ਆ ਉਹ ਸ਼ੂਗਰ ਤੇ ਬਲੱਡ ਪ੍ਰੈਸ਼ਰ ਹੈਗੇ ਆ। 40% ਮਰੀਜ਼ਾਂ ਦੇ ਹੋਰ ਵੀ ਬਹੁਤ ਸਾਰੇ ਕਾਰਨ ਹੈਗੇ ਆ, ਪਰ ਜਿਹੜੇ ਮੇਨ ਕਾਰਨ ਇਹ ਹੈਗੇ ਆ, ਜੇ ਆਪਾਂ ਇਹਨਾਂ ਦੋ ਚੀਜ਼ਾਂ ਨੂੰ ਕੰਟਰੋਲ ਕਰਕੇ ਰੱਖੀਏ ਤੇ ਗੁਰਦੇ ਠੀਕ ਰਹਿਣਗੇ, ਗੁਰਦਿਆਂ ਨੂੰ ਕੋਈ ਦਿੱਕਤ ਨਹੀਂ ਆ ਸਕਦੀ। ਠੀਕ ਹੈ, ਠੀਕ ਹੈ। ਕਿਹੜੇ ਪੇਸ਼ੈਂਟ ਨੇ, मतलब ਕਿਸੇ ਪੇਸ਼ੈਂਟ ਨੂੰ ਕੋਈ ਬਿਮਾਰੀ ਹੋਣੀ ਜ਼ਰੂਰੀ ਹੈ? ਸਿੰਪਟਮਸ ਕੀ ਹੋ ਜਾਂਦੇ ਨੇ ਜਿੱਥੋਂ ਸਾਨੂੰ ਥੋੜਾ ਜਿਹਾ ਆਈਡੀਆ ਲੱਗ ਜਾਏ ਕਿ ਸਾਨੂੰ ਹੋ ਸਕਦਾ ਕਿ ਇਹ ਪ੍ਰੋਬਲਮ ਹੋ ਸਕਦੀ ਹੈ? ਬਿਲਕੁਲ। ਦੇਖੋ, ਇਸ ਤਰ੍ਹਾਂ ਆ, ਨਾਰਮਲੀ ਸਿੰਪਟਮਸ ਦੇ ਵਿੱਚ ਆਪਾਂ ਜੇ ਗੱਲ ਕਰੀਏ ਤੇ ਪੈਰਾਂ ਉੱਤੇ ਸੋਜ ਪੈਣੀ ਜਾਂ ਚਿਹਰੇ ਉੱਤੇ ਸੋਜਿਸ਼ ਪੈਣੀ, ਭੁੱਖ ਘੱਟ ਲੱਗਣੀ, ਖਾਰਿਸ਼ ਹੋਣੀ ਸਰੀਰ ਦੇ ਉੱਤੇ, ਕਈ ਵਾਰ ਚਮੜੀ ਦਾ ਰੰਗ ਅਲੱਗ ਹੋ ਜਾਂਦਾ ਹੈਗਾ ਆ, ਥੋੜਾ ਕਾਲੇਪਨ ਦੇ ਉੱਤੇ ਆ ਜਾਣਾ ਹੈਗਾ, ਉਲਟੀਆਂ ਨੂੰ ਮਨ ਕਰਨਾ, ਇਹ ਨਾਰਮਲ ਸਿੰਪਟਮਸ ਦੱਸੇ ਗਏ ਆ। ਪਰ ਮੇਨ ਜਿਹੜੀ ਗੱਲ ਇਹ ਆ ਕਿ ਕਈ ਵਾਰੀ ਇਦਾਂ ਦੇ ਕੇਸਿਸ ਵੀ ਦੇਖੇ ਗਏ ਜਿਨ੍ਹਾਂ ਵਿੱਚ ਕੋਈ ਸਿੰਪਟਮ ਨਹੀਂ ਆਉਂਦਾ। ਅੱਛਾ। ਸੋ ਜਿਹੜੇ ਸਪੋਜ਼ ਮੰਨ ਲਓ ਗੁਰਦੇ ਖਰਾਬ ਦੇ ਮਰੀਜ਼ ਆ, ਜਿਨ੍ਹਾਂ ਨੂੰ ਆਲਰੇਡੀ ਪੁਰਾਣੀ ਕੋਈ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਹੈਗਾ, ਉਹ ਜੇ ਆਪਣੇ ਟਾਈਮ ਤੇ ਟੈਸਟ ਕਰਵਾਉਂਦੇ ਰਹਿਣ, ਸੋ ਤਾਂ ਉਹ ਟੈਸਟਾਂ ਤੋਂ ਸਾਨੂੰ ਪਤਾ ਲੱਗ ਸਕਦਾ ਵੀ ਕੀ ਗੁਰਦਿਆਂ ਦੇ ਵਿੱਚ ਕੋਈ ਦਿੱਕਤ ਆ ਰਹੀ ਆ ਜਾਂ ਨਹੀਂ ਆ ਰਹੀ ਆ। ਕਈ ਵਾਰ ਜਿਹੜੇ ਮੈਂ ਸਿੰਪਟਮਸ ਬੋਲੇ, ਜਿਹੜੇ ਆ ਮੈਂ ਲੱਛਣ ਬੋਲੇ ਹੈਗੇ ਆ, ਇਹ ਕਈ ਵਾਰ ਉਦੋਂ ਆਉਂਦੇ ਜਦੋਂ ਗੁਰਦੇ ਬਹੁਤ ਜ਼ਿਆਦਾ ਆਪਾਂ ਕਹੀਏ ਕਿ ਖਰਾਬ ਹੋ ਚੁੱਕੇ ਨੇ, 5ਵੀਂ ਸਟੇਜ 'ਚ ਆ ਜਾਂਦੇ ਆ। ਉਸ ਵੇਲੇ ਕਈ ਵਾਰ ਇਹ ਸਿੰਪਟਮਸ ਅਪੀਅਰ ਹੁੰਦੇ ਹੈਗੇ। ਕਈ ਲੋਕ ਅਣਗਹਿਲੀ ਜੀ ਵਰਤ ਲੈਂਦੇ ਆ ਵੀ ਸਾਡੇ ਹੈਰੀਡਿਟੀ 'ਚ ਸ਼ੂਗਰ ਨਹੀਂ ਹੈਗੀ, ਹੈਰੀਡਿਟੀ 'ਚ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਕੋਈ ਪ੍ਰੋਬਲਮ ਨਹੀਂ ਸੀ, ਸੋ ਅਣਗਹਿਲੀ ਵਰਤ ਲੈਂਦੇ ਆ ਕਿ ਸਾਨੂੰ ਇਹ ਪ੍ਰੋਬਲਮ ਨਹੀਂ ਹੋ ਸਕਦੀ। ਸੋ ਉਹਨਾਂ ਲੋਕਾਂ ਨੂੰ ਟਾਈਮ ਟੂ ਟਾਈਮ ਚੈੱਕਅਪ ਕਰਵਾ ਲੈਣਾ ਚਾਹੀਦਾ। ਕਿਹੜਾ ਸਿੰਪਟਮਸ ਬੋਡੀ ਦਾ ਥੋੜਾ ਜਿਹਾ ਉਹਨਾਂ ਨੂੰ ਥੋੜਾ ਜਿਹਾ ਕਿਸੇ ਚੀਜ਼ ਤੋਂ ਆਈਡੀਆ ਹੁੰਦਾ ਹੋਵੇ, ਕਿਹੜੀ ਗੱਲ ਨੂੰ ਧਿਆਨ ਰੱਖ ਕੇ ਚੈੱਕਅਪ ਕਰਵਾਉਣ? ਦੇਖੋ, ਇਸ ਤਰ੍ਹਾਂ ਆ, ਨੋ ਡਾਊਟ ਜਿਹੜੀ ਡਾਇਬਟੀਜ਼ ਹੈਗੀ ਆ ਜਾਂ ਹਾਈਪਰਟੈਂਸ਼ਨ ਹੈਗੀ ਆ, ਜੇ ਆਪਣੇ ਹੈਰੀਡਿਟੀ ਜੇ ਫਾਦਰ ਨੂੰ ਜਾਂ ਮਦਰ ਨੂੰ ਜੇ ਪਹਿਲੋਂ ਹੈਗੀ ਆ ਤੇ ਉਹਨਾਂ ਨੂੰ ਹੋਣ ਦੇ ਚਾਂਸਸ ਜ਼ਿਆਦਾ ਆ। ਪਰ ਜੇ ਦੇਖਿਆ ਜਾਵੇ ਇਹ ਦੋਨੇ ਬਿਮਾਰੀਆਂ ਇਹ ਲਾਈਫ ਸਟਾਈਲ ਡਿਜ਼ੀਜ਼ਸ ਹੈਗੀਆਂ। ਸੋ ਸਾਡੇ ਲਾਈਫ ਸਟਾਈਲ ਇਦਾਂ ਦੇ ਅੱਜ ਕੱਲ੍ਹ ਹੋਏ ਆ ਕਿ ਸੈਡੈਂਟਰੀ ਲਾਈਫ ਸਟਾਈਲ ਦਾ, ਅਸੀਂ ਜ਼ਿਆਦਾਤਰ ਮੂਵਮੈਂਟ ਨਹੀਂ ਸਾਡੀ ਹੁੰਦੀ ਹੈਗੀ। ਖਾਣਾ ਪੀਣਾ ਜਿਹੜਾ ਆ ਉਹ ਹਾਈ ਪ੍ਰੋਟੀਨ ਜਾਂ ਜੰਕ ਫੂਡ ਵਗੈਰਾ ਵਿੱਚ ਆਪਾਂ ਕਹਿ ਦਈਏ ਜ਼ਿਆਦਾ ਹੈਗਾ ਆ, ਔਰ ਉਹਦੇ ਨਾਲ ਸਾਡਾ ਮੂਵਮੈਂਟ ਘੱਟ ਹੋਣ ਦੇ ਕਰਕੇ ਇਹ ਬਿਮਾਰੀਆਂ ਹੁੰਦੀਆਂ ਹੈਗੀਆਂ। ਸੋ ਜੇ ਤਾਂ ਕਿਸੇ ਨੂੰ ਇਦਾਂ ਦੀ ਤਕਲੀਫ ਹੈਗੀ ਆ, ਉਹਦੇ ਵਾਸਤੇ ਤਾਂ ਆਪਾਂ ਕਹਾਂਗੇ ਕਿ ਸਿੰਪਲ ਪਿਸ਼ਾਬ ਟੈਸਟ ਕਰਵਾ ਲਓ ਤੇ ਉਹ ਤੋਂ ਆਪਾਂ ਨੂੰ ਪਤਾ ਲੱਗ ਸਕਦਾ ਵੀ ਗੁਰਦਿਆਂ ਉੱਤੇ ਅਸਰ ਹੈਗਾ ਜਾਂ ਨਹੀਂ ਹੈਗਾ। ਲੇਕਿਨ ਜੇ ਆਮ ਬੰਦੇ ਨੇ ਕੋਈ ਦੇਖਣਾ ਹੈਗਾ, ਉਹਨਾਂ ਨੂੰ ਸਿੰਪਟਮਸ ਵਿੱਚ ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਹੈਗਾ ਕਿ ਕੋਈ ਲੱਤਾਂ ਤੋਂ ਸੋਜਿਸ਼ ਪੈ ਰਹੀ ਆ ਜਾਂ ਚੱਲਦੇ ਹੋਏ ਸਾਹ ਚੜਦਾ ਪਿਆ ਆ, ਭੁੱਖ ਘੱਟ ਲੱਗਦੀ ਹੈਗੀ ਆ, ਤੇ ਉਹ ਵੀ ਇਹ ਟੈਸਟ ਕਰਵਾ ਸਕਦੇ ਆ ਕਿ ਕੋਈ ਗੁਰਦਿਆਂ ਦੇ ਵਿੱਚ ਨੁਕਸ ਤਾਂ ਨਹੀਂ ਹੈਗਾ। ਠੀਕ ਹੈ ਜੀ। ਆਪਾਂ ਪਹਿਲਾਂ ਵੀ ਇਸੇ ਸਮੱਸਿਆ ਦੇ ਉੱਤੇ ਪਹਿਲਾਂ ਵੀ ਕਈ ਸ਼ੋਜ਼ ਕੀਤੇ ਨੇ। ਸਾਡੇ ਦਰਸ਼ਕਾਂ ਦੀ ਕਤਾਰ ਸਾਡੇ ਨਾਲ ਜੁੜਨੀ ਸ਼ੁਰੂ ਹੋ ਗਈ ਹੈ। ਸੋ ਕਾਲਸ ਵਿੱਚ ਤੁਹਾਡੀਆਂ ਲਵਾਂਗੇ, ਕਾਲਸ ਕਰਦੇ ਰਹੋ। ਥੋੜਾ ਜਿਹਾ ਕਾਲ 'ਚ ਠਰਮਾ ਰੱਖ ਲਿਓ, ਟੀਵੀ ਦੀ ਆਵਾਜ਼ ਘਟਾ ਕੇ ਗੱਲ ਕਰਿਓ ਤੇ ਨੈਟਵਰਕ ਦੇ ਵਿੱਚ ਆ ਕੇ ਆਪਣਾ ਸਵਾਲ ਸਾਡੇ ਨਾਲ ਡਿਸਕਸ ਕਰਿਓ। ਪਿਛਲੇ ਸ਼ੋਅ 'ਚ ਵੀ ਅਸੀਂ ਚਰਚਾ ਕੀਤਾ ਸੀ, ਅੱਜ ਨਵੀਂ ਆਡੀਅנס ਸਾਡੇ ਨਾਲ ਜੁੜੀ ਹੋਊਗੀ। ਸ਼ੂਗਰ ਤੇ BP ਦੋ ਚੀਜ਼ਾਂ ਨੇ, ਜਿਹੜੇ ਬੰਦੇ ਨੂੰ ਇਹ ਦੋਨੇ ਪ੍ਰੋਬਲਮ ਹੈਗੀਆਂ ਨੇ 100% ਨੂੰ ਗੁਰਦਿਆਂ ਦੀ ਪ੍ਰੋਬਲਮ ਹੋਊਗੀ। ਸਾਰੇ ਜਿਹੜੇ ਲੋਕ ਨੇ ਉਹ ਗੁਰਦਿਆਂ ਦੀ ਪ੍ਰੋਬਲਮ ਨੂੰ ਘੇਰਨਗੇ?
ਨਹੀਂ, ਇਸ ਤਰ੍ਹਾਂ ਨਹੀਂ ਆ। ਜਿਹੜੇ ਬੰਦਿਆਂ ਨੂੰ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਦੀ ਤਕਲੀਫ ਹੈਗੀ ਆ ਔਰ ਉਹ ਇਹਨਾਂ ਨੂੰ ਕੰਟਰੋਲ 'ਚ ਰੱਖਦੇ ਆ, ਉਹਨਾਂ ਨੂੰ ਕਿਡਨੀ ਪ੍ਰੋਬਲਮ ਹੋ ਹੀ ਨਹੀਂ ਸਕਦੀ। ਠੀਕ ਹੈ। ਇਹ ਸਿਰਫ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਤਕਲੀਫ ਹੈਗੀ ਆ ਔਰ ਉਹ ਇਸ ਨੂੰ ਕੰਟਰੋਲ 'ਚ ਨਹੀਂ ਰੱਖਦੇ। ਨਾਰਮਲੀ ਕੀ ਹੁੰਦਾ ਕਿ ਜੇ ਆਪਾਂ ਦੇਖਿਆ ਕਿ ਜਾਵੇ, ਜੇ ਕਿਸੇ ਨੂੰ ਸ਼ੂਗਰ ਹੈਗੀ ਆ, ਉਹ ਕਹਿੰਦਾ ਵੀ ਮੈਨੂੰ ਕੋਈ ਤਕਲੀਫ ਨਹੀਂ ਹੈਗੀ, ਮੈਂ ਮਿੱਠਾ ਵੀ ਖਾ ਲੈਂਦਾ, ਕਈ ਵਾਰ ਮੈਂ ਦਵਾਈ ਵੀ ਨਹੀਂ ਖਾਂਦਾ, ਪਰ ਮੈਨੂੰ ਕੋਈ ਨਾ ਕੋਈ ਮੇਰਾ ਪੇਟ ਦੁਖਦਾ ਹੈ, ਨਾ ਮੇਰਾ ਕੋਈ ਸਿਰ ਦੁਖਦਾ ਆ, ਤੇ ਮੈਨੂੰ ਕੋਈ ਤਕਲੀਫ ਨਹੀਂ, ਐਵੇਂ ਹੀ ਮੈਨੂੰ ਜ਼ਿਆਦਾ ਪ੍ਰੀਕਾਸ਼ਨਸ ਰੱਖਣ ਦੀ ਕੀ ਜ਼ਰੂਰਤ ਹੈਗੀ ਆ। ਸੋ ਇਹ ਜਿਹੜੇ ਪ੍ਰੀਕਾਸ਼ਨਸ ਰੱਖਦੇ, ਇਹਦਾ ਬਾਅਦ ਚ ਪਤਾ ਲੱਗਦਾ। ਤੁਸੀਂ ਜੇ ਸਪੋਜ਼ ਉਹ ਨਹੀਂ ਕੰਟਰੋਲ ਚ ਰੱਖਦੇ ਹੋ, ਉਹ ਬਾਅਦ ਚ ਉਹਨਾਂ ਮਰੀਜ਼ਾਂ ਨੂੰ ਇਹ ਕਿਡਨੀਜ਼ ਦੀ ਪ੍ਰੋਬਲਮ ਜਿਹੜੀ ਆ ਹੋ ਸਕਦੀ ਹੈ। ਠੀਕ ਹੈ, ਆਪਾਂ ਸਟਾਰਟਿੰਗ ਦੌਰ ਦੀ ਗੱਲ ਕਰ ਲੈਂਦੇ ਆ ਕਿ ਚਲੋ ਜਦੋਂ ਸਟਾਰਟਿੰਗ ਹੋਈ, ਪਤਾ ਲੱਗ ਗਿਆ ਆ ਸਿੰਪਟਮਸ ਹੈ ਵੀ ਇਸ ਟਾਈਮ ਦੇ ਉੱਤੇ ਤਾਂ ਇਲਾਜ ਹੋ ਸਕਦਾ ਹੈ, ਬਟ ਮੈਂ ਤੁਹਾਡੇ ਤੋਂ ਲੈਵਲ ਜਾਨਣਾ ਚਾਹੁੰਦੀ ਆ, ਸਟੇਜਾਂ ਜਾਣਨੀਆਂ ਚਾਹੁੰਦੀ ਆ ਕਿ ਕਿਹੜੀਆਂ ਸਟੇਜਾਂ ਨੇ, ਕਿੱਥੋਂ ਤੱਕ ਕਹਾਣੀ ਬਿਲਕੁਲ ਖਰਾਬ ਹੋ ਜਾਂਦੀ ਹੈ, ਕਿੱਥੋਂ ਤੱਕ ਪੇਸ਼ੈਂਟ ਨੂੰ ਬਚਾਇਆ ਜਾ ਸਕਦਾ ਹੈ, ਮਤਲਬ ਕਿਹੜੀ ਲਾਸਟ ਕੰਡੀਸ਼ਨ ਕਿਹੜੀ ਆ। ਕਿਉਂਕਿ ਜੇ ਆਪਾਂ ਮਾਡਰਨ ਮੈਡੀਸਨ ਦੀ ਗੱਲ ਕਰੀਏ, ਉਸ ਤੇ ਅਸੀਂ ਬਾਅਦ ਚ ਚਰਚਾ ਕਰਾਂਗੇ। ਫਿਲਹਾਲ ਤੁਹਾਡੇ ਕੋਲੋਂ ਜ਼ਰੂਰ ਜਾਨਣਾ ਚਾਹੂੰਗੀ, ਇੱਕ ਤਾਂ ਤੁਸੀਂ ਟ੍ਰੀਟਮੈਂਟ ਕਿਵੇਂ ਕਰਦੇ ਹੋ, ਦੂਜੀ ਗੱਲ ਸਟਾਰਟਿੰਗ ਤੋਂ ਤਾਂ ਚਲੋ ਹੋ ਗਿਆ ਟ੍ਰੀਟਮੈਂਟ, ਐਂਡ ਸਟੇਜ ਕਿਹੜੀ ਹੈ, ਕਿੱਥੋਂ ਤੱਕ ਦਾ ਪੇਸ਼ੈਂਟ ਤੁਹਾਡੇ ਕੋਲ ਆਉਂਦਾ, ਵਿਜ਼ਿਟ ਕਰਦਾ ਤਾਂ ਉਹਨੂੰ ਆਰਾਮ ਆ ਸਕਦਾ। ਬਿਲਕੁਲ, ਦੇਖੋ ਇਸ ਤਰ੍ਹਾਂ ਜੀ, ਇਸ ਦੀਆਂ ਟੋਟਲ 5 ਸਟੇਜਸ ਹੁੰਦੀਆਂ ਆ। ਪਹਿਲੀਆਂ 2 ਸਟੇਜਾਂ ਦੇ ਬਾਰੇ ਆਪਾਂ ਜੇ ਗੱਲ ਕਰੀਏ ਤੇ ਉਹਨਾਂ ਦੇ ਵਿੱਚ ਬਲੱਡ ਟੈਸਟ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਨਹੀਂ ਆਉਂਦੀਆਂ। ਉਹਨਾਂ 2 ਸਟੇਜਾਂ ਦਾ ਸਾਨੂੰ ਪਿਸ਼ਾਬ ਦੇ ਟੈਸਟ ਤੋਂ ਪਤਾ ਲੱਗਦਾ ਆ। ਤੀਸਰੀ, ਚੌਥੀ ਤੇ ਫਿਰ ਪੰਜਵੀਂ ਸਟੇਜ ਦੇ ਵਿੱਚ ਪੇਸ਼ੈਂਟ ਨੂੰ ਡਾਇਲਿਸਿਸ ਐਡਵਾਈਸ ਕੀਤੇ ਜਾਂਦੇ ਆ, ਤੇ ਅਸੀਂ 5ਵੀਂ ਸਟੇਜ ਤੱਕ ਦਾ ਇਲਾਜ ਕਰਦੇ ਆ। ਜਿਹੜੇ ਮਰੀਜ਼ਾਂ ਨੂੰ ਡਾਇਲਿਸਿਸ ਐਡਵਾਈਸ ਕੀਤਾ ਜਾਂਦਾ ਆ ਜਾਂ ਜਿਨ੍ਹਾਂ ਦੇ ਡਾਇਲਿਸਿਸ ਹੋ ਰਹੇ ਆ, ਅਸੀਂ ਉਹਨਾਂ ਮਰੀਜ਼ਾਂ ਦਾ ਵੀ ਇਲਾਜ ਕਰਦੇ ਹੈਗੇ। ਠੀਕ ਹੈ ਜੀ। ਸਮਾਂ 'ਚ ਕੋਈ ਵੀ ਸਵਾਲ ਹੈ ਡਿਸਕਸ ਕਰ ਸਕਦੇ ਹੋ। ਅੱਛਾ, 5ਵੀਂ ਸਟੇਜ ਤੇ ਵੀ ਜੇ ਹੈਗਾ ਪੇਸ਼ੈਂਟ, ਉਹਨੂੰ ਇਲਾਜ ਮਿਲ ਜਾਊਗਾ, ਪਰ ਇਹ ਤਾਂ ਹੋਇਆ ਤੁਸੀਂ ਜਿਹਦਾ ਦੇਸੀ ਆਯੁਰਵੈਦਿਕ ਤਰੀਕੇ ਨਾਲ ਤੁਸੀਂ ਇਲਾਜ ਕਰਦੇ ਹੋ। ਜੇ ਮੈਂ ਹੁਣ ਮਾਡਰਨ ਮੈਡੀਸਿਨ ਦੀ ਗੱਲ ਕਰਾਂ ਤਾਂ ਜਿੱਥੋਂ ਤੱਕ ਅਸੀਂ ਪਿਛਲੇ ਸ਼ੋਅ 'ਚ ਵੀ ਚਰਚਾ ਕੀਤੀ, ਇਸ ਚੀਜ਼ ਦੇ ਉੱਤੇ ਪੜਿਆ ਵੀ, ਤਾਂ ਮਾਡਰਨ ਮੈਡੀਸਿਨ 'ਚ ਕਿਤੇ ਵੀ ਇਸ ਚੀਜ਼ ਦਾ ਕੋਈ ਤੋੜ ਨਹੀਂ ਹੈਗਾ, ਹੱਲ ਨਹੀਂ ਹੈਗਾ। ਤੁਹਾਡੇ ਤੋਂ ਅਸਲ ਪਿੱਛੇ ਦਾ ਸੱਚ ਜਾਨਣਾ ਚਾਹੂੰਗੀ ਕਿ ਮਾਡਰਨ ਮੈਡੀਸਿਨ ਜਦੋਂ ਆਪਾਂ ਅੰਗਰੇਜ਼ੀ ਦਵਾਈਆਂ ਲੈਨੇ ਆ, ਉਹ ਸਾਨੂੰ ਕਿਸ ਕਾਰਗਰ ਤੇ ਲਿਜਾ ਕੇ ਖੜੇ ਕਰ ਦਿੰਦੀਆਂ ਨੇ, ਤੇ ਦੂਜੀ ਗੱਲ ਕਿ ਦੋਨੇ ਮੈਡੀਸਿਨ ਪੈਰਲਲ ਚੱਲ ਸਕਦੀਆਂ ਨੇ। ਜੇ ਕੋਈ ਅੰਗਰੇਜ਼ੀ ਦਵਾਈ ਵੀ ਲੈ ਰਿਹਾ ਵਾ, ਕੀ ਤੁਹਾਡੀ ਦਵਾਈ ਨਾਲ ਲੈ ਸਕਦਾ ਹੈ, ਫਾਇਦਾ ਰਹੇਗਾ ਉਸ ਚੀਜ਼ ਦਾ, ਜਾਂ ਫਿਰ ਉਸ ਦਵਾਈ ਨੂੰ ਬੰਦ ਕਰਕੇ ਤੁਹਾਡੀ ਦਵਾਈ ਚਾਲੂ ਕੀਤੀ ਜਾਵੇ? ਬੜਾ ਇੰਪੋਰਟੈਂਟ ਕੁਐਸਚਨ ਆ ਮੇਰੇ ਹਿਸਾਬ ਨਾਲ। ਇਸ ਕੁਐਸਚਨ ਨੂੰ ਬੜੇ ਧਿਆਨ ਨਾਲ ਸਾਨੂੰ ਸਾਰਿਆਂ ਨੂੰ ਸੁਣਨ ਦੀ ਲੋੜ ਹੈਗੀ ਇਸ ਆਨਸਰ ਨੂੰ। ਰੀਜ਼ਨ ਕੀ ਹੁੰਦਾ ਕਿ ਜਦੋਂ ਨਾ ਕਿਡਨੀਜ਼ ਡੈਮੇਜ ਹੁੰਦੀਆਂ, ਉਹ ਮੰਨ ਲਓ ਪਹਿਲੀ, ਦੂਜੀ ਜਾਂ ਤੀਸਰੀ ਸਟੇਜ 'ਚ ਹੁੰਦੀਆਂ, ਅਸੀਂ ਕਿਸੇ ਵੀ ਹਸਪੀਟਲ, ਜਿਹੜੇ ਮਾਡਰਨ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਕਰਵਾ ਰਹੇ ਹੁੰਦੇ ਆ, ਤੇ ਉੱਥੇ ਅਸੀਂ ਇਹ ਸੋਚਦੇ ਹਾਂ ਕਿ ਸਾਡਾ ਇਲਾਜ ਚੱਲ ਰਿਹਾ ਆ ਔਰ ਅਸੀਂ ਹੌਲੀ ਹੌਲੀ ਠੀਕ ਹੋਵਾਂਗੇ। ਜਦ ਕਿ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਹੀ ਦੱਸ ਚੁੱਕਾ ਕਿ ਸਾਡੇ ਗੁਰਦਿਆਂ ਦੇ ਕਈ ਸਾਰੇ ਕੰਮ ਆ, ਉਹਨਾਂ ਦਾ ਇੱਕ ਪੋਰਸ਼ਨ ਜਿਹੜਾ ਕੰਮਾਂ ਦਾ ਹੈਗਾ, ਉਹਦਾ ਇਲਾਜ ਮਾਡਰਨ ਟ੍ਰੀਟਮੈਂਟ 'ਚ ਹੈਗਾ ਆ। ਲੇਕਿਨ ਜਿਹੜਾ ਕਿਡਨੀ ਦਾ ਫੰਕਸ਼ਨ, ਮਤਲਬ ਕਿ ਵੇਸਟ ਪ੍ਰੋਡਕਟ ਬਾਹਰ ਕੱਢਣ ਵਾਲਾ ਜਿਹੜਾ ਕੰਮ ਹੈਗਾ, ਉਹਦੇ ਵਾਸਤੇ ਮਾਡਰਨ ਟ੍ਰੀਟਮੈਂਟ 'ਚ ਕੋਈ ਮੈਡੀਸਨ ਨਹੀਂ ਹੈਗੀ। ਸੋ ਉਹਨਾਂ ਨੂੰ ਪਹਿਲੇ ਹਿੱਸੇ ਵਾਸਤੇ ਦਵਾਈ ਦਿੱਤੀ ਜਾਂਦੀ ਆ ਔਰ ਉਹਨਾਂ ਨੂੰ ਕਿਹਾ ਜਾਂਦਾ ਵੀ ਕੋਈ ਨਹੀਂ, ਤੁਸੀਂ ਠੀਕ ਹੋ ਜਾਓਗੇ, ਦਵਾਈ ਖਾਓ। ਜਦ ਕਿ ਜਿਹੜਾ ਦੂਸਰਾ ਹਿੱਸਾ ਆ, ਜਿਹੜਾ ਯੂਰੀਆ ਜਾਂ ਕ੍ਰੈਟਿਨਿਨ ਜਿਹਦਾ ਵਾਧਾ ਹੈਗਾ ਆ, ਉਸ ਕੇਸ ਦੇ ਵਿੱਚ ਉਹ ਹੌਲੀ ਹੌਲੀ ਵੱਧਦਾ ਰਹਿੰਦਾ, ਬਿਕੋਜ਼ ਇਹ ਪ੍ਰੋਗਰੈਸਿਵ ਡਿਜ਼ੀਜ਼ ਆ। ਉਹ ਯੂਰੀਆ ਤੇ ਕ੍ਰੈਟਿਨਿਨ ਹੌਲੀ ਹੌਲੀ ਟਾਈਮ ਦੇ ਨਾਲ ਦਵਾਈਆਂ ਵਿੱਚ ਓਕੇ, ਸਾਨੂੰ ਤਾਂ ਅਸੀਂ ਸਮਝ ਨਹੀਂ ਆ ਰਹੀ, ਸਾਨੂੰ ਅਸੀਂ ਕੀ ਕਰੀਏ ਇਸ ਸਟੇਜ ਤੇ ਆ ਕੇ ਨਾ। ਓਕੇ, ਠੀਕ ਹੈ ਜੀ, ਜ਼ਰੂਰ ਡਾਕਟਰ ਸਾਹਿਬ ਜ਼ਰੂਰ ਜਵਾਬ ਦੇਣਗੇ। ਜੀ ਸਰ, ਕੀ ਕਹੋਗੇ? ਦੇਖੋ, ਇਸ ਤਰ੍ਹਾਂ ਆ ਜਿੱਦਾਂ ਹੁਣ ਜਦੋਂ ਕਿਡਨੀ ਦੀ ਪ੍ਰੋਬਲਮ ਨਹੀਂ ਹੁੰਦੀ ਆ, ਜਦੋਂ ਸਿਰਫ ਕਿਸੇ ਪੇਸ਼ੈਂਟ ਨੂੰ ਸ਼ੂਗਰ ਹੈਗੀ ਆ, ਬਲੱਡ ਪ੍ਰੈਸ਼ਰ ਹੈਗਾ ਜਾਂ ਕੋਈ ਹੋਰ ਵੀ ਦਿੱਕਤ ਹੈਗੀ ਆ, ਉਸ ਕੇਸ ਦੇ ਵਿੱਚ ਐਕਸਰਸਾਈਜ਼ ਦਾ ਬਹੁਤ ਇੰਪੋਰਟੈਂਟ ਰੋਲ ਆ। ਔਰ ਜੇ ਪ੍ਰੋਪਰਲੀ ਐਕਸਰਸਾਈਜ਼ ਕੀਤੀ ਜਾਵੇ, ਪਰਹੇਜ਼ ਕੀਤਾ ਜਾਵੇ ਔਰ ਟਾਈਮ ਸਿਰ ਮੈਡੀਸਨ ਦਿੱਤੀ ਜਾਵੇ, ਤੇ ਕਾਫੀ ਹੱਦ ਤੱਕ ਆਪਾਂ ਇਹਨਾਂ ਬਿਮਾਰੀਆਂ ਉੱਤੇ ਕਾਬੂ ਪਾ ਸਕਦੇ ਹਾਂ। ਠੀਕ ਹੈ। ਪਰ ਇਹਦੇ ਨਾਲ ਇੱਕ ਹੋਰ ਵੀ ਗੱਲ ਆ ਕਿ ਜੇ ਬਾਈ ਚਾਂਸ ਉਹਦੇ ਨਾਲ ਪੇਸ਼ੈਂਟ ਨੂੰ ਕਿਡਨੀ ਪ੍ਰੋਬਲਮ ਹੋ ਜਾਂਦੀ ਆ, ਤੇ ਉਸ ਕੇਸ ਦੇ ਵਿੱਚ ਫਿਰ ਸਾਨੂੰ ਹੈਵੀ ਐਕਸਰਸਾਈਜ਼ ਨਹੀਂ ਕਰਨੀ ਚਾਹੀਦੀ। ਹਾਂ, ਅਸੀਂ ਲਾਈਟ ਯੋਗਾ ਵਗੈਰਾ ਤਾਂ ਕਰ ਸਕਦੇ ਹਾਂ, ਲੇਕਿਨ ਜਿਹੜੀਆਂ ਹੈਵੀ ਐਕਸਰਸਾਈਜ਼ਸ ਆ, ਉਹ ਸਾਡੇ ਜਿਹੜੇ ਆਪਾਂ ਕਹਾਂਗੇ ਰਿਪੋਰਟਸ ਨੂੰ ਡਿਸਟਰਬ ਕਰ ਸਕਦੀਆਂ। ਸੋ ਉਸ ਕੇਸ ਦੇ ਵਿੱਚ ਤੁਹਾਡੇ ਜਿਹੜੇ ਡਾਕਟਰ ਸਾਹਿਬ ਹੈਗੇ, ਉਹਨਾਂ ਨੇ ਤਾਂ ਤੁਹਾਨੂੰ ਗਾਈਡਲਾਈਨਸ ਦਿੱਤੀਆਂ ਹੋਣੀਆਂ ਕਿ ਹੁਣ ਐਕਸਰਸਾਈਜ਼ ਉਸ ਲੈਵਲ ਤੇ ਨਹੀਂ ਕਰਨੀ ਹੈ। ਠੀਕ ਹੈ। ਅੱਛਾ, ਮਾੜੀ ਮੋਟੀ ਸਰੀਰ ਦੀ ਹਲਚਲ ਜਿਹੜੀ ਆ ਉਹ ਰਵੇ, ਸੈਰ ਕਰ ਸਕਦੇ ਆ ਆਪਾਂ? ਸੈਰ ਦਾ ਤਾਂ ਕੋਈ ਸਾਈਡ ਇਫੈਕਟ ਨਹੀਂ? ਬਿਲਕੁਲ ਥੋੜੀ ਰਨਿੰਗ ਵਗੈਰਾ ਕਰਨੀ ਸਹੀ ਰਹੇਗੀ ਕਿ ਨਹੀਂ? ਹਾਂ, ਨਹੀਂ, ਰਨਿੰਗ ਐਡਵਾਈਜ਼ੇਬਲ ਨਹੀਂ ਹੈਗੀ, ਸੈਰ ਵਗੈਰਾ ਕੀਤੀ ਜਾ ਸਕਦੀ ਆ। ਜਿਹੜੀਆਂ ਹੈਵੀ ਐਕਸਰਸਾਈਜ਼ ਹੈਗੀ, ਜਿਹਦਾ ਰਨਿੰਗ ਤੁਸੀਂ ਦੱਸ ਰਹੇ ਹੋ, ਜਿਮਿੰਗ ਵਗੈਰਾ ਨਹੀਂ ਕਰਨੀ, ਰਨਿੰਗ ਨਹੀਂ ਕਰਨੀ ਹੈਗੀ। ਠੀਕ ਹੈ। ਸੋ ਬਿਲਕੁਲ
ਜੀ ਜਿਸ ਤਰੀਕੇ ਨਾਲ ਸਰ ਨੇ ਤੁਹਾਨੂੰ ਸਲਾਹ ਦਿੱਤੀ ਹੈ ਸੋ ਉਮੀਦ ਆ ਤੁਹਾਡੇ ਕੰਮ ਦੀ ਹੋਏਗੀ। ਅਸੀਂ ਡਾਇਲਿਸਿਸ ਦੀ ਚਰਚਾ ਕਰ ਰਹੇ ਸੀ ਸੋ ਫਿਰ ਤੋਂ ਡਾਇਲਿਸਿਸ ਦੇ ਉੱਤੇ ਮੈਂ ਆਉਣੀ ਆ। ਜਿਹੜਾ ਕੋਈ ਦਰਸ਼ਕ ਸਾਡਾ ਸਾਨੂੰ ਦੇਖ ਰਿਹਾ ਅੱਜ ਆਪਣਾ ਡਾਇਲਿਸਿਸ ਕਰਵਾ ਰਿਹਾ ਵਾ ਕਿ ਉਸ ਦੇ ਨਾਲ ਤੁਹਾਡੇ ਕੋਲੋਂ ਜੇ ਦਵਾਈ ਸ਼ੁਰੂ ਕਰਦਾ ਹੈ ਤਾਂ ਉਹ ਦਵਾਈ ਕਾਰਗਰ ਸਾਬਿਤ ਹੋਊਗੀ, ਕਿਉਂਕਿ ਡਾਇਲਿਸਿਸ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਹ ਤਾਂ ਉਮਰ ਤੱਕ ਰਹਿੰਦਾ ਹੈ ਕਿ ਜਦੋਂ ਤੱਕ ਜੀਓਗੇ ਉਦੋਂ ਤੱਕ ਤੁਹਾਨੂੰ ਕਰਵਾਉਣਾ ਹੀ ਪਊਗਾ ਤੇ ਕੋਸਟਲੀ ਵੀ ਬਹੁਤ ਹੈ ਤੇ ਮੇਰੇ ਹਿਸਾਬ ਨਾਲ ਹਫਤੇ 'ਚ ਸ਼ਾਇਦ 2 ਵਾਰੀ ਡਾਕਟਰ ਸੁਜੈਸਟ ਕਰਦੇ ਨੇ ਹਨਾ। ਸੋ ਉਹਦਾ ਇਲਾਜ ਹੋ ਸਕਦਾ ਹੈ, ਡਾਇਲਿਸਿਸ ਤੋਂ ਖਹਿੜਾ ਛੁੱਟ ਸਕਦਾ ਹੈ। ਹਾਂ ਬਿਲਕੁਲ, ਦੇਖੋ ਮੈਂ ਜਿੱਦਾਂ ਪਹਿਲਾਂ ਵੀ ਇਸ ਬਾਰੇ ਥੋੜਾ ਡਿਟੇਲ ਚ ਦੱਸਿਆ ਸੀਗਾ, ਡਾਇਲਿਸਿਸ ਤੋਂ ਬਚਾ ਕੀਤਾ ਜਾ ਸਕਦਾ ਆ ਵਿਦ ਦਾ ਹੈਲਪ ਆਫ ਮੈਡੀਕੇਸ਼ਨ। ਅਸੀਂ ਇਸ ਤਰ੍ਹਾਂ ਮੈਡੀਸਨ ਦਿੰਦੇ ਆ ਜਿਹਦੇ ਨਾਲ ਅਸੀਂ ਇੱਕ ਰੈਗੂਲਰ ਰਿਪੋਰਟਸ ਦੇ ਉੱਤੇ ਵਾਚ ਕਰਦੇ ਆ ਵੀ ਕੀ ਰਿਪੋਰਟਸ ਚੱਲ ਰਹੀਆਂ ਹੈਗੀਆਂ ਆ, ਕਿੱਦਾਂ ਪੇਸ਼ੈਂਟ ਨੂੰ ਫਾਇਦਾ ਹੋ ਰਿਹਾ ਆ। ਔਰ ਜਿਹੜੇ ਪੇਸ਼ੈਂਟਸ ਔਨ ਰੈਗੂਲਰ ਡਾਇਲਿਸਿਸ ਹੈਗੇ ਆ ਉਹ ਰਿਪੋਰਟਸ ਨੂੰ ਆਬਜ਼ਰਵ ਕਰਕੇ ਉਸ ਤਰੀਕੇ ਦੇ ਨਾਲ ਉਹਨਾਂ ਦੇ ਡਾਇਲਿਸਿਸ ਨੂੰ ਬੰਦ ਔਰ ਪੋਸਟਪੋਨ ਜੇ ਜ਼ਰੂਰਤ ਪੈਂਦੀ ਪੋਸਟਪੋਨ ਜਾਂ ਫਿਰ ਬੰਦ ਕੀਤਾ ਜਾਂਦਾ ਹੈਗਾ। ਸੋ ਜਿਹੜੇ ਪੇਸ਼ੈਂਟ ਨੂੰ ਹਾਲੇ ਡਾਇਲਿਸਿਸ ਨਹੀਂ ਹੋਏ ਹੈਗੇ ਆ ਐਡਵਾਈਸ ਕੀਤਾ ਜਾਂਦਾ ਆ, ਜੇ ਉਹ ਜਿੱਦਾਂ ਸਾਡੇ ਕੋਲ ਆ ਜਾਂਦੇ ਹੈਗੇ ਆ ਅਸੀਂ ਉਹਨਾਂ ਦੀਆਂ ਰਿਪੋਰਟਸ ਦੇ ਅਕੋਰਡਿੰਗਲੀ ਮੈਡੀਕੇਸ਼ਨ ਦਿੱਤੀ ਜਾਂਦੀ ਆ ਜਿੰਨਾ ਕਿ ਉਹਨਾਂ ਨੂੰ ਡਾਇਲਿਸਿਸ ਦੀ ਜ਼ਰੂਰਤ ਹੀ ਨਾ ਪਵੇ। ਠੀਕ ਹੈ। ਸੋ ਮਨ 'ਚ ਕੋਈ ਵੀ ਸਵਾਲ ਹੈ ਜੋ ਡਿਸਕਸ ਕਰਦੇ ਰਿਹਾ ਕਰੋ। ਤੁਹਾਡੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਸ਼ੋਅ ਅਸੀਂ ਲੈ ਕੇ ਹਾਜ਼ਰ ਹੁੰਨੇ ਆ ਤਾਂ ਕਿ ਤੁਹਾਨੂੰ ਜੇਕਰ ਕੋਈ ਵੀ ਗੁਰਦਿਆਂ ਨਾਲ ਜੁੜੇ ਦਿੱਕਤ ਹੈ ਤਾਂ ਉਹਦਾ ਕਿਵੇਂ ਇਲਾਜ ਹੋ ਸਕਦਾ, ਅਸੀਂ ਕਿਸ ਤਰੀਕੇ ਨਾਲ ਤੁਹਾਡੀ ਹੈਲਪ ਕਰ ਸਕਦੇ ਹਾਂ ਕਰਨ ਦੀ ਕੋਸ਼ਿਸ਼ ਕਰਦੇ ਹੁੰਨੇ ਆ। ਕਿਡਨੀ 'ਚ ਸਟੋਨ ਬਹੁਤ ਵੱਡੀ ਬਿਮਾਰੀ ਹੈ ਇਸ ਟਾਈਮ ਦੇ ਉੱਤੇ। 100 ਦੇ ਵਿੱਚੋਂ ਕਰੀਬ 65 ਤੋਂ 70% ਯੂਥ ਕਹਿ ਲਈਏ ਵੱਡੇ ਕਹਿ ਲਈਏ ਹਨਾ ਉਹਨਾਂ ਨੂੰ ਜਿਹੜੀ ਪੱਥਰੀ ਜ਼ਰੂਰ ਹੋ ਰਹੀ ਹੈ ਅੱਜ ਕੱਲ੍ਹ ਦੇ ਟਾਈਮ 'ਚ। ਪਹਿਲੀ ਗੱਲ ਤੇ ਇਹਦਾ ਰੀਜ਼ਨ ਕੀ ਹੈ ਕਿ ਸਾਡਾ ਖਾਣ ਪਾਣ ਟੋਟਲੀ ਇਹਦੇ ਉੱਤੇ ਡਿਪੈਂਡ ਹੈ, ਕਿ ਸਾਡੀ ਫਿਜ਼ੀਕਲ ਐਕਟੀਵਿਟੀ ਇਹਦੇ ਉੱਤੇ ਡਿਪੈਂਡ ਹੈ। ਦੂਜੀ ਗੱਲ ਇਹ ਕਿ ਕਈ ਲੋਕੀ ਕਿਸੇ ਤਰੀਕੇ ਦੇ ਨਾਲ ਬੀਅਰ ਪੀ ਕੇ ਕਹਿੰਦੇ ਨੇ ਵੀ ਨਿਕਲ ਜਾਂਦੀ ਹੈ ਜਾਂ ਵੱਧ ਪਾਣੀ ਜਦੋਂ ਤੁਸੀਂ ਬਾਡੀ 'ਚ ਇਨਹੇਲ ਕਰਦੇ ਹੋ ਉਹਦੇ ਨਾਲ ਵੀ ਜਿਹੜੀ ਆ ਪੱਥਰੀ ਤੁਹਾਡੀ ਨਿਕਲ ਜਾਂਦੀ ਹੈ। ਤੀਜੀ ਗੱਲ ਇਹ ਕਿ ਕਈ ਲੋਕੀ ਆਪਰੇਸ਼ਨ ਕਰਵਾ ਲੈਂਦੇ ਨੇ, ਉਸ ਦੇ ਬਾਵਜੂਦ ਵੀ ਫਿਰ ਦੁਬਾਰਾ ਤੋਂ ਜਿਹੜੀ ਕਿਡਨੀ ਆ ਸਟੋਨ ਜਿਹੜੇ ਬਣਨੇ ਫਿਰ ਤੋਂ ਸ਼ੁਰੂ ਹੋ ਜਾਂਦੇ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਕਿਵੇਂ ਕੱਢਦੇ ਹੋ, ਕੀ ਰੀਜ਼ਨ ਕੀ ਮੰਨਦੇ ਹੋ ਇਹਦੇ ਪਿੱਛੇ? ਦੇਖੋ ਇਸ ਤਰ੍ਹਾਂ ਆਪਾਂ ਜੇ ਗੱਲ ਕਰੀਏ ਕਿ ਸਟੋਨ ਬਣਨ ਦੇ ਕਾਰਨ ਕੀ ਆ, ਉਹ ਕਾਫੀ ਹੱਦ ਤੱਕ ਸਾਡਾ ਖਾਣ ਪੀਣ ਦਾ ਹੀ ਇਫੈਕਟ ਹੁੰਦਾ ਹੈਗਾ ਜਿੰਨਾ ਸਟੋਨ ਸਾਡੇ ਬਣਦੇ ਹੈਗੇ ਆ। ਖਾਣ ਪੀਣ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਕਵਾਂਗੇ ਕਿ ਸਾਡਾ ਪੀਣਾ ਘੱਟ ਹੁੰਦਾ, ਪਾਣੀ ਅਸੀਂ ਜਿਹੜੀ ਆ ਉਹ ਕੁਆਂਟੀਟੀ ਘੱਟ ਪੀਂਦੇ ਹੈਗੇ ਆ। ਸੋ ਮੈਂ ਜਿੱਦਾਂ ਪਹਿਲਾਂ ਵੀ ਆਪਾਂ ਦੱਸਦੇ ਰਹਿੰਦੇ ਆ ਕਿ ਸਾਡੀ ਜਿਹੜੀ ਯੂਰਿਨ ਆਊਟਪੁੱਟ ਹੈ ਆਮ ਪੇਸ਼ੈਂਟ ਦੀ, ਆਮ ਬੰਦਾ ਦੀ, ਨਾਟ ਪੇਸ਼ੈਂਟ ਦੀ, ਆਮ ਜਿਹੜਾ ਇਨਸਾਨ ਆ ਉਹਦੀ 2 ਲੀਟਰ ਤੋਂ ਵੱਧ ਹੋਣੀ ਚਾਹੀਦੀ ਆ। ਜੇ ਕਿਸੇ ਨੂੰ ਸਟੋਨ ਦੀ ਪ੍ਰੋਬਲਮ ਰਹਿ ਚੁੱਕੀ ਆ, ਉਹਨੂੰ ਆਲਰੇਡੀ ਕੋਈ ਪਹਿਲੋਂ ਸਟੋਨ ਹੋ ਚੁੱਕਾ ਆ, ਬਾਅਦ ਚ ਬੇਸ਼ੱਕ ਨਿਕਲ ਗਿਆ ਹੋਵੇ, ਉਹਦੀ ਜਿਹੜੀ ਯੂਰਿਨ ਦੀ ਆਊਟਪੁੱਟ ਉਹ 2.5 ਲੀਟਰ ਤੋਂ ਵੱਧ ਹੋਣੀ ਚਾਹੀਦੀ ਆ। ਸੋ ਕਈ ਵਾਰ ਕੀ ਹੁੰਦਾ ਅਸੀਂ ਕਹਿੰਦੇ ਵੀ ਇੰਨਾ ਕੁ ਅਸੀਂ 2.5 ਲੀਟਰ ਪਾਣੀ ਪੀਂਦੇ ਆ, 2 ਲੀਟਰ ਪਾਣੀ ਪੀਂਦੇ, ਪਾਣੀ ਕਿੰਨਾ ਪੀਂਦੇ ਇਹ ਇੰਪੋਰਟੈਂਟ ਨਹੀਂ ਆ। ਤੁਹਾਡੇ ਜਿਹੜਾ ਉਹ ਪਾਣੀ ਹੈਗਾ ਉਹ ਕਿਡਨੀਜ਼ ਦੇ ਥਰੂ ਨਿਕਲਦਾ ਆ, ਉਹ ਕਿੰਨਾ ਉਹ ਇੰਪੋਰਟੈਂਟ ਹੈਗਾ ਆ। ਸੋ 2 ਤੋਂ 2.5 ਲੀਟਰ ਜਿਹੜਾ ਪਿਸ਼ਾਬ ਆਣਾ ਸਾਨੂੰ ਬਹੁਤ ਜ਼ਰੂਰੀ ਹੈਗਾ ਆ। ਸੋ ਜੇ ਇਸ ਤਰੀਕੇ ਨਾਲ ਆ ਰਿਹਾ ਹੈਗਾ ਤੇ ਨੈਚੁਰਲੀ ਸਾਡੇ ਜਿਹੜੇ ਆਲਰੇਡੀ ਸਟੋਨਸ ਜੇ ਛੋਟੇ ਕੁਆਂਟੀਟੀ ਦੇ ਵਿੱਚ ਛੋਟੇ ਸਾਈਜ਼ ਦੇ ਵਿੱਚ ਹੈਗਾ ਆ ਤੇ ਉਹ ਬਿਲਕੁਲ ਨਿਕਲ ਜਾਏਗਾ। ਜੇ ਥੋੜਾ ਵੱਡੇ ਸਾਈਜ਼ ਦੇ ਵਿੱਚ ਹੈਗਾ ਫਿਰ ਵਿਦ ਦਾ ਹੈਲਪ ਆਫ ਮੈਡੀਸਨ ਔਰ ਯੂਰਿਨ ਆਊਟਪੁੱਟ ਉਹਦੇ ਨਾਲ ਬਿਲਕੁਲ ਨਿਕਲ ਜਾਏਗਾ। ਔਰ ਜਿਹੜਾ ਮਰੀਜ਼ਾਂ ਦੇ ਵਿੱਚ ਆਲਰੇਡੀ ਸਟੋਨ ਹੈਗਾ ਆ ਜੇ ਉਹ ਰੈਗੂਲਰ 2.5 ਲੀਟਰ ਉਹਨਾਂ ਨੂੰ ਯੂਰਿਨ ਆਉਂਦਾ ਰਹੇਗਾ ਤੇ ਉਹਨਾਂ ਨੂੰ ਦੁਬਾਰਾ ਰੀਕਰੈਂਸ ਵੀ ਸਟੋਨ ਦੀ ਨਹੀਂ ਹੋਏਗੀ। ਠੀਕ ਹੈ ਜੀ। ਸੋ ਸਵਾਲ ਆਪਣੇ ਡਿਸਕਸ ਕਰਦੇ ਰਿਹਾ ਕਰੋ, ਅਗਲੇ ਦਰਸ਼ਕ ਵੀ ਨਾਲ ਜੁੜੇ ਹੋਏ ਨੇ। ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। जी संपर्क टूट गया है जी, प्लीज टीवी दी आवाज कचा के कॉल करया करो। लाइव शो चल रहा है, फेसबुक ते भी लाइव है जी। सो अपने सवाल डिस्कस करते रहा करो। दवाई की गल कर लेने, दवाई जिहड़ी है ओदी की क्वांटिटी है, किस तरीके दे नाल और किहड़ी जिहड़ी स्टेज वाले जिहड़े लोग ने किस तरीके नाल खानी चाहिदी है, और जे कोस्ट की गल करा तो दवाई किन्नी क महंगी है और की इहदा और किन्ने क लंबे टाइम पीरियड तक चलेगी? देखो इस तरह ਜਿਹੜੇ ਨਾ ਕਿਡਨੀ ਫੇਲੀਅਰ ਵਾਲੇ ਪੇਸ਼ੈਂਟਸ ਹੁੰਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਆਲਰੇਡੀ ਬਹੁਤ ਸਾਰੀਆਂ ਦਵਾਈਆਂ ਖਾਣੀਆਂ ਪੈਂਦੀਆਂ। ਜੇ ਆਪਾਂ ਨੰਬਰਸ ਦੇ ਵਿੱਚ ਗੱਲ ਕਰੀਏ ਤੇ ਕੋਈ 10-15 ਗੋਲੀਆਂ ਕਈ ਵਾਰੀ ਉਹਨਾਂ ਨੂੰ ਇਸਤੇਮਾਲ ਕਰਨੀਆਂ ਪੈਂਦੀਆਂ ਹੈਗੀਆਂ। ਔਰ ਪੇਸ਼ੈਂਟ ਸਾਡੇ ਨੂੰ ਆ ਕੇ ਦੱਸਦੇ ਆ ਕਿ ਦੇਖੋ ਡਾਕਟਰ ਸਾਹਿਬ ਅਸੀਂ ਰੋਟੀ ਘੱਟ ਖਾਈਦੀ ਹੈ ਤੇ ਦਵਾਈਆਂ ਸਾਨੂੰ ਜ਼ਿਆਦੀਆਂ ਖਾਣੀਆਂ ਪੈਂਦੀਆਂ ਆ। ਰਾਈਟ। ਸੋ ਉਸ ਸਟੇਜ ਦੇ ਵਿੱਚ ਜਾਂ ਉਸ ਸਿਚੁਏਸ਼ਨ ਦੇ ਵਿੱਚ ਜੇ ਅਸੀਂ ਵੀ ਆਪਣੇ ਕੋਲੋਂ ਜ਼ਿਆਦਾ ਦਵਾਈਆਂ ਦੇਵਾਂਗੇ ਤੇ ਪੇਸ਼ੈਂਟ ਕੋਲੋਂ ਉਹ ਚੀਜ਼ਾਂ ਨਹੀਂ ਖਾਧੀਆਂ ਜਾਂਦੀਆਂ, ਬਿਕੋਜ਼ ਆਲਰੇਡੀ ਕਈ ਵਾਰੀ ਫੀਲਿੰਗ ਆਫ ਵੋਮਿਟਿੰਗ ਹੁੰਦੀਆਂ ਹੈਗੀਆਂ, ਇਦਾਂ ਦੀਆਂ ਚੀਜ਼ਾਂ ਆਉਂਦੀਆਂ ਜਿਨ੍ਹਾਂ ਕਿ ਉਹ ਨਹੀਂ ਪ੍ਰੋਪਰਲੀ ਕੁਆਂਟੀਟੀ ਖਾਧੀ ਜਾਂਦੀ। ਸੋ ਇਸ ਚੀਜ਼ ਦਾ ਅਸੀਂ ਕਾਫੀ ਦੇਰ ਤੋਂ, ਬਿਕੋਜ਼ ਅਸੀਂ ਜਿੱਦਾਂ ਆਪਾਂ ਕਹਿ ਲਈਏ ਕਿ ਅਪਰੋਕਸੀਮੇਟਲੀ 4 ਡੈਕੇਡਸ ਹੋ ਗਏ ਸਾਨੂੰ ਟ੍ਰੀਟਮੈਂਟ ਕਰਦਿਆਂ ਨੂੰ ਇਹ ਕਿਡਨੀ ਦਾ। ਠੀਕ ਹੈ।
ਸੋ ਇਸ ਚੀਜ਼ ਦਾ ਅਸੀਂ ਹੱਲ ਇਹ ਕੱਢਿਆ, ਅਸੀਂ ਨਾ ਐਕਸਟ੍ਰੈਕਟਸ ਫਾਰਮ ਦੇ ਵਿੱਚ ਅਸੀਂ ਮੈਡੀਸਨ ਨੂੰ ਦਿੰਦੇ ਹੈਗੇ ਆ, ਜਿੰਨਾ ਕਿ ਪੇਸ਼ੈਂਟ ਦੀ ਜਿਹੜੀ ਕੁਆਂਟੀਟੀ ਹੈਗੀ ਹੈ ਮੈਡੀਸਨ ਦੀ ਉਹ ਕਾਫੀ ਘੱਟ ਉਹਨੂੰ ਕਰਨੀ ਪੈਂਦੀ ਹੈਗੀ ਆ। ਤੇ ਜਿਹੜਾ ਦੂਸਰਾ ਆਪਾਂ ਗੱਲ ਕਰੀਏ ਕਿ ਜਿਹੜੀ ਕਾਸਟ ਆਫ ਮੈਡੀਸਨ ਹੈਗੀ ਆ ਉਹ ਕੰਪੈਰੀਟਿਵਲੀ ਬਾਕੀ ਚੀਜ਼ਾਂ ਨਾਲੋਂ ਕਾਫੀ ਘੱਟ ਹੁੰਦੀ, ਬਾਕੀ ਜਿਹੜੇ ਟ੍ਰੀਟਮੈਂਟਸ ਨਾਲੋਂ ਕਾਫੀ ਘੱਟ ਹੁੰਦੀ ਸਾਡੀ ਕਾਸਟ ਆਫ ਮੈਡੀਸਨ ਵੀ। ਜੀ ਜੀ ਠੀਕ ਹੈ ਜੀ। ਸੋ ਵੇਲੇ ਇੱਕ ਨਿੱਕਾ ਜਿਹਾ ਬ੍ਰੇਕ ਲੈਣ ਦਾ ਹੋ ਗਿਆ ਜੀ, ਮਿਲਦੇ ਆ ਬ੍ਰੇਕ ਤੋਂ ਬਾਅਦ ਜੀ ਜੀ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਸੋ ਜਿਹੜਾ ਡਾਇਲਿਸਿਸ ਦਾ ਸ਼ੋਅ ਹੈ ਸੇ ਗੁੱਡ ਬਾਏ ਟੂ ਦਾ ਡਾਇਲਿਸਿਸ ਅਸੀਂ ਲੈ ਕੇ ਹਾਜ਼ਰ ਹੋਏ ਆ। ਮੰਚ ਕੋਈ ਵੀ ਸਵਾਲ ਹੈ ਜੀ ਡਿਸਕਸ ਕਰ ਸਕਦੇ ਹੋ। ਆਫ ਕੈਮਰਾ ਸਰ ਨਾਲ ਡਿਸਕਸ਼ਨ ਹੋ ਰਹੀ ਸੀ, ਕਹਿੰਦੇ ਵੀ ਦਰਸ਼ਕਾਂ ਨੂੰ ਐਜੂਕੇਟ ਕਰਨਾ ਹੈ। ਸੋ ਸਰ ਤੁਹਾਡੇ ਕੋਲੋਂ ਜਾਨਣਾ ਚਾਹੂੰਗੀ ਵੀ ਤੁਸੀਂ ਇਹ ਉਪਰਾਲਾ ਵਾਈ ਕਿਉਂ ਕਰ ਰਹੇ ਹੋ, ਕਿਉਂਕਿ ਤੁਸੀਂ ਆਫ ਕੈਮਰਾ ਵੀ ਇਹ ਗੱਲ ਕਹਿ ਰਹੇ ਸੀਗੇ ਕਿ ਟ੍ਰੀਟਮੈਂਟ ਜ਼ਰੂਰੀ ਨਹੀਂ ਹੈ ਤੁਸੀਂ ਸਾਡੇ ਕੋਲੋਂ ਲਓ, ਤੁਸੀਂ ਸਿਰਫ ਸਿੱਖਿਆ ਲਓ। ਸੋ ਕਾਰਨ ਕੀ ਹੈ ਇਸ ਦੇ ਪਿੱਛੇ? ਬਿਲਕੁਲ ਦੇਖੋ, ਇਸ ਤਰ੍ਹਾਂ ਆ ਸਾਡੇ ਕੋਲ ਹੁਣ ਜਿੱਦਾਂ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਹੈਗੇ ਆ, ਅਸੀਂ ਉਹ ਦੇਖਦੇ ਹਾਂ ਕਿ ਉਹਨਾਂ ਨੂੰ ਨਾ ਗਾਈਡਲਾਈਨਸ ਪ੍ਰੋਪਰ ਨਹੀਂ ਮਿਲਦੀਆਂ। ਸੋ ਕਈ ਇਦਾਂ ਦੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਵਿੱਚ ਪ੍ਰੋਪਰ ਜੇ ਗਾਈਡਲਾਈਨਸ ਦਿੱਤੀਆਂ ਜਾਣ ਤੇ ਅੱਧੀ ਬਿਮਾਰੀ ਸਮਝੋ ਠੀਕ ਹੋ ਜਾਂਦੀ ਆ। ਅਸੀਂ ਪੇਸ਼ੈਂਟਸ ਨੂੰ ਉਦੋਂ ਹੀ ਕਹਿੰਦੇ ਆ ਵੀ ਜ਼ਰੂਰੀ ਨਹੀਂ ਕਿ ਤੁਸੀਂ ਸਾਡੇ ਕੋਲ ਦਵਾਈ ਲੈਣ ਆਣਾ, ਤੁਸੀਂ ਜੇ ਆਪਣੀਆਂ ਰਿਪੋਰਟਸ ਦਿਖਾ ਕੇ ਤੁਹਾਡੀ ਸਟੇਜ ਦੇ ਅਕੋਰਡਿੰਗਲੀ ਕੀ ਤੁਹਾਨੂੰ ਗਾਈਡਲਾਈਨਸ ਦੀ ਜ਼ਰੂਰਤ ਹੈਗੀ ਆ, ਜੇ ਉਹ ਤੁਸੀਂ ਗਾਈਡਲਾਈਨਸ ਹੀ ਫੋਲੋ ਕਰੋ ਤੇ ਤੁਸੀਂ ਕਾਫੀ ਹੱਦ ਤੱਕ ਬਿਮਾਰੀ ਦੇ ਉੱਤੇ ਕੰਟਰੋਲ ਕਰ ਸਕਦੇ ਹੋ। ਠੀਕ ਹੈ ਜੀ। ਸੋ ਦਰਸ਼ਕ ਵੀ ਨਾਲ ਹੈਗੇ ਨੇ, ਕਾਲ ਲੈ ਲਈਏ ਜੀ। ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਨਾਮ ਹੈ ਜੀ? ਹਰਪ੍ਰੀਤ ਬੋਲ ਰਿਹਾ ਜੀ ਪਟਿਆਲੇ ਤੋਂ। ਕੀ ਸਵਾਲ ਹੈ ਹਰਪ੍ਰੀਤ ਜੀ? ਮੈਂ ਡਾਕਟਰ ਸਾਹਿਬ ਨੂੰ ਸਵਾਲ ਸੀਗਾ ਜੀ ਕਿ ਮੇਰੇ ਕਜ਼ਨ ਬ੍ਰਦਰ ਨੇ ਆਪਣਾ ਕਿਡਨੀ ਟ੍ਰਾਂਸਪਲਾਂਟ ਕਰਾਇਆ ਸੀਗਾ ਜੀ, ਓਕੇ, ਬਟ ਉਹਦੇ ਹਾਲੇ ਤੱਕ ਦੁਬਾਰਾ ਡਾਕਟਰ ਨੇ ਡਾਇਲਿਸਿਸ ਕਿਹਾ ਤਾਂ ਡਾਇਲਿਸਿਸ ਦੁਬਾਰਾ ਕਰਾਣੇ ਪੈਣੇ ਜੀ, ਇਹਦੀ ਪ੍ਰੋਬਲਮ ਆ ਰਹੀ ਹੈ। ਠੀਕ ਹੈ। ਤੇ ਉਹਦੇ ਬਾਰੇ ਪੁੱਛਣਾ ਚਾਹੁੰਦਾ ਸੀਗਾ ਕਿ ਆਪਾਂ ਕੀ ਦਿਖਾ ਸਕਦੇ ਹਾਂ ਤੇ ਕੀ ਇਹਦਾ ਹੱਲ ਹੈ? ਓਕੇ ਜੀ, ਜ਼ਰੂਰ ਡਾਕਟਰ ਸਾਹਿਬ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇਣਗੇ। ਸਰ ਕੀ ਕਹੋਗੇ? ਦੇਖੋ, ਇਸ ਤਰ੍ਹਾਂ ਆ ਜਿਹੜਾ ਟ੍ਰਾਂਸਪਲਾਂਟ ਹੈਗਾ ਆ ਉਸ ਦਾ ਵੀ ਸਕਸੈਸ ਰੇਟ ਆਪਾਂ ਕਹੀਏ ਕਿ ਕਾਫੀ ਹੱਦ ਤੱਕ ਪੂਰੇ ਲੈਵਲ ਉੱਤੇ ਨਹੀਂ ਆਉਂਦਾ ਹੈਗਾ। ਸੋ ਜਦੋਂ ਕਈ ਵਾਰੀ ਕੀ ਹੁੰਦਾ ਆਪਾਂ ਟ੍ਰਾਂਸਪਲਾਂਟ ਕਰਾ ਲੈਂਦੇ ਆ, ਉਸ ਤੋਂ ਬਾਅਦ ਵੀ ਕਈ ਵਾਰੀ ਸਾਡੀ ਕਿਡਨੀ ਜਿਹੜੀ ਟ੍ਰਾਂਸਪਲਾਂਟਡ ਕਿਡਨੀ ਆ ਉਹ ਕੰਮ ਨਹੀਂ ਕਰਦੀ, ਠੀਕ ਹੈ, ਉਹ ਰਿਜੈਕਟ ਹੋ ਜਾਂਦੀ ਆ ਜਾਂ ਕਈ ਵਾਰੀ ਵੈਸੇ ਉਹਦਾ ਫੰਕਸ਼ਨਿੰਗ ਜਿਹੜੀ ਖਰਾਬ ਹੋ ਜਾਂਦੀ ਆ। ਸੋ ਉਸ ਕੇਸ ਦੇ ਵਿੱਚ ਵੀ ਸਾਡੇ ਕੋਲ ਪੇਸ਼ੈਂਟਸ ਆਉਂਦੇ ਹੈਗੇ ਆ ਵੀ ਹੁਣ ਅਸੀਂ ਇਹਨੂੰ ਫਿਰ ਦੁਬਾਰਾ ਟ੍ਰਾਂਸਪਲਾਂਟ ਤੋਂ ਬਾਅਦ ਵੀ ਸਾਨੂੰ ਡਾਕਟਰਸ ਨੇ ਐਡਵਾਈਸ ਕਰ ਦਿੱਤਾ ਕਿ ਇਹਨਾਂ ਦੇ ਡਾਇਲਿਸਿਸ ਹੋਣ। ਠੀਕ ਹੈ। ਸੋ ਉਸ ਕੇਸ ਦੇ ਵਿੱਚ ਅਸੀਂ ਫਿਰ ਟ੍ਰੀਟਮੈਂਟ ਵੀ ਕਰਦੇ ਹੈਗੇ ਆ। ਪਰ ਜੇ ਅਸੀਂ ਦੇਖੀਏ ਕਿ ਜਿਹੜੇ ਪੇਸ਼ੈਂਟਸ ਦਾ ਪਹਿਲਾਂ ਕੋਈ ਟ੍ਰਾਂਸਪਲਾਂਟ ਨਹੀਂ ਹੋ ਰੱਖਿਆ ਆ ਔਰ ਜਿਹਦਾ ਹੋ ਰੱਖਿਆ ਆ, ਟ੍ਰਾਂਸਪਲਾਂਟ ਕੇਸ ਦੇ ਵਿੱਚ ਥੋੜੇ ਰਿਜ਼ਲਟਸ ਘੱਟ ਆਉਂਦੇ ਆ, ਪਰ ਇਹ ਆ ਕਿ ਆ ਜਾਂਦੇ ਆ, ਬਟ ਐਜ਼ ਕੰਪੇਅਰ ਟੂ ਦੂਸਰੇ ਪੇਸ਼ੈਂਟਸ ਦੇ ਵਿੱਚ ਰਿਜ਼ਲਟਸ ਘੱਟ ਹੁੰਦੇ ਆ ਟ੍ਰਾਂਸਪਲਾਂਟਡ ਕੇਸਿਸ। ਠੀਕ ਹੈ। ਸੋ ਰਿਜ਼ਲਟ ਘੱਟ ਹੁੰਦਾ ਬਟ ਇਹ ਨਹੀਂ ਹੈ ਕਿ ਰਿਜ਼ਲਟ ਨਹੀਂ ਮਿਲਦਾ ਹੈਗਾ। ਸੋ ਪਲੀਜ਼ ਆਪਣੀ ਜਿਹੜੀ ਸਿਹਤ ਆ ਉਹਦੇ ਤੇ ਜ਼ਰੂਰ ਫੋਕਸ ਕਰਿਆ ਕਰੋ। ਤੁਹਾਡੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ੋਅ ਲੈ ਕੇ ਹਾਜ਼ਰ ਹੁੰਨੇ ਆ। ਹੁਣ ਇੱਕ ਸਵਾਲ ਹੋਰ ਪੁੱਛ ਲੈਂਦੇ ਆ ਵੀ ਜਦੋਂ ਤੁਹਾਡੇ ਕੋਲ ਕੋਈ ਵੀ ਦਰਸ਼ਕ ਜਿਹੜਾ ਸਾਡਾ ਦੇਖ ਰਿਹਾ ਉਹ ਵਿਜ਼ਿਟ ਕਰੇ, ਟੈਸਟ ਉਹਨੂੰ ਕੀ ਤੁਸੀਂ ਰਿਕਮੈਂਡ ਤੁਹਾਡੇ ਕੋਲ ਆਉਣ ਤੋਂ ਬਾਅਦ ਕਰਵਾਉਂਦੇ ਹੋ ਜਾਂ ਫਿਰ ਇੱਥੇ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਟੈਸਟ ਉਹ ਕਰਵਾ ਕੇ ਲੈ ਕੇ ਆਵੇ ਜਾਂ ਤੁਸੀਂ ਟੈਸਟ ਕਰਵਾਉਂਦੇ ਹੋ? ਔਰ ਦੂਜੀ ਜਿਹੜੀ ਗੱਲ ਹੈਗੀ ਹੈ ਉਹ ਇਹ ਹੈ ਕਿ ਦਵਾਈ ਜਿਹੜੀ ਲੈਣੀ ਹੈ ਜੇ ਉਹ ਜ਼ਰੂਰੀ ਨਹੀਂ ਹੈ ਜਲੰਧਰ ਵਿਜ਼ਿਟ ਕਰ ਸਕੇ, ਕੀ ਘਰ ਬੈਠੇ ਆਪਣੀ ਰਿਪੋਰਟ ਤੁਹਾਨੂੰ WhatsApp ਕਰਕੇ ਦਵਾਈ ਮੰਗਵਾ ਸਕਦੇ ਨੇ ਤੁਹਾਡੇ ਤੋਂ? ਹਾਂ ਬਿਲਕੁਲ, ਇਹ ਵੀ ਬੜਾ ਗੁੱਡ ਕੁਐਸਚਨ ਹੈਗਾ। ਸੋ ਇਸ ਤਰ੍ਹਾਂ ਦੇਖੋ, ਜਿਹੜੇ ਇਹਨੂੰ ਆਲਰੇਡੀ ਕਿਡਨੀ ਪ੍ਰੋਬਲਮ ਹੈਗੀ ਹੈ, ਦੈਟ ਮੀਨਸ ਕਿ ਉਹਨਾਂ ਨੇ ਆਲਰੇਡੀ ਸਾਰੇ ਹਸਪੀਟਲਸ ਦੇ ਵਿੱਚ ਡਿਫਰੈਂਟ ਥਾਵਾਂ ਉੱਤੇ ਸਾਡੇ ਕੋਲ ਜ਼ਿਆਦਾਤਰ ਪੇਸ਼ੈਂਟਸ ਟੈਸਟ ਕਰਵਾ ਕੇ ਹੀ ਆਉਂਦੇ ਆ। ਠੀਕ ਹੈ। ਸੋ ਸਾਡਾ ਮਕਸਦ ਇਹ ਹੁੰਦਾ ਕਿ ਜੇ ਉਹਨੇ ਆਲਰੇਡੀ ਟੈਸਟ ਕਰਵਾਏ ਹੋਏ ਆ ਉਹਦੇ ਦੁਬਾਰਾ ਆਪਾਂ ਰਿਪੀਟ ਟੈਸਟ ਨਾ ਕਰਵਾਈਏ। ਅਸੀਂ ਉਹਨਾਂ ਟੈਸਟ ਦੇ ਬਿਹਾਫ ਦੇ ਉੱਤੇ ਹੀ ਉਹਨਾਂ ਨੂੰ ਗਾਈਡਲਾਈਨਸ ਦਿੰਦੇ ਹੈਗੇ ਆ। ਹਾਂ, ਜਿਹਨਾਂ ਪੇਸ਼ੈਂਟਸ ਨੇ ਟੈਸਟ ਨਹੀਂ ਕਰਵਾਏ ਹੋਏ ਜਾਂ ਦੇਰ ਹੋ ਚੁੱਕੀ ਆ, ਉਹ ਪੇਸ਼ੈਂਟਸ ਜਿਹੜੇ ਆ ਉਹ ਸਾਨੂੰ ਸਲਾਹ ਸਾਡੇ ਤੋਂ ਲੈ ਕੇ ਟੈਸਟ ਅੱਗੇ ਫਰਦਰ ਕਰਵਾ ਸਕਦੇ ਆ। ਜਿੱਦਾਂ ਨਾਰਮਲੀ ਟੈਸਟ ਕੀ ਹੁੰਦੇ ਜਿਹੜੇ ਕਿਡਨੀ ਪ੍ਰੋਫਾਈਲ ਆਪਾਂ ਕਰਵਾ ਲਈਏ, CBC ਵਗੈਰਾ ਕਰਵਾ ਲਈਏ, ਉਹਨਾਂ ਤੋਂ ਸਾਨੂੰ ਕਾਫੀ ਹੱਦ ਤੱਕ ਇਨਫੋਰਮੇਸ਼ਨ ਮਿਲ ਜਾਂਦੀ ਆ। ਇਲੈਕਟ੍ਰੋਲਾਈਟਸ ਵਗੈਰਾ ਜੇ ਇਹਨਾਂ ਨੂੰ ਕਿਡਨੀ ਦੀ ਚੌਥੀ ਪੰਜਵੀਂ ਸਟੇਜ ਹੈਗੀ ਆ, ਉਹਨਾਂ ਨੂੰ ਇਲੈਕਟ੍ਰੋਲਾਈਟਸ ਵੀ ਨਾਲ ਕਰਵਾ ਲੈਣੇ ਚਾਹੀਦੇ ਆ। ਠੀਕ ਹੈ। ਸੋ ਦੂਸਰੀ ਗੱਲ,
ਸੋ ਜੇ ਤਾਂ ਪੇਸ਼ੈਂਟ ਕਿਤੇ ਦੂਰ ਹੈਗਾ ਆ, ਉਹ ਸਾਨੂੰ ਰਿਪੋਰਟਸ ਮੇਲ ਕਰਕੇ ਜਾਂ WhatsApp ਕਰਕੇ ਉਹਦੇ ਅਕੋਰਡਿੰਗਲੀ ਵੀ ਸਲਾਹ ਲੈ ਸਕਦਾ ਆ। ਸੋ ਜੇ ਪੇਸ਼ੈਂਟ ਸਾਡੇ ਸੈਂਟਰ 'ਚ ਵਿਜ਼ਿਟ ਕਰਨਾ ਚਾਹੁੰਦਾ ਹੈ, ਜਿੱਦਾਂ ਚੰਡੀਗੜ੍ਹ ਸਾਡਾ ਸੈਂਟਰ ਹੈਗਾ, ਜਲੰਧਰ ਸਾਡਾ ਸੈਂਟਰ ਹੈਗਾ, ਤੇ ਉਸ ਕੇਸ ਦੇ ਵਿੱਚ ਉਹ ਸਾਰੀਆਂ ਰਿਪੋਰਟਸ ਜਿਹੜੀਆਂ ਵੀ ਪੁਰਾਣੀਆਂ ਹੈਗੀਆਂ ਉਹ ਆਪਣੇ ਨਾਲ ਲੈ ਕੇ ਆਵੇ, ਜੋ ਵੀ ਮੈਡੀਸਨ ਪ੍ਰਸਕ੍ਰਾਈਬਡ ਹੈਗੀ ਉਹ ਵੀ ਨਾਲ ਲੈ ਕੇ ਆਵੇ। ਉਹਨਾਂ ਜਿੰਨੀ ਸਾਨੂੰ ਜ਼ਿਆਦਾ ਇਨਫੋਰਮੇਸ਼ਨ ਮਿਲੇਗੀ ਉਹਨਾਂ ਅਸੀਂ ਬਿਹਤਰ ਗਾਈਡਲਾਈਨਸ ਦੇ ਸਕਾਂਗੇ। ਮਤਲਬ ਸ਼ੁਰੂ ਤੋਂ ਲੈ ਕੇ ਪਹਿਲੇ ਦਿਨ ਤੋਂ ਲੈ ਕੇ ਭਾਵੇਂ ਉਹਨੇ 4 ਸਾਲ ਵੀ ਮੈਡੀਸਨ ਖਾਧੀ ਹੈ, ਜਿੰਨਾ ਜ਼ਿਆਦਾ ਰਿਕਾਰਡ ਹੋਵੇ ਦਵਾਈਆਂ ਦਾ ਲੈ ਕੇ ਆਵੇ ਤਾਂ ਜ਼ਿਆਦਾ ਅੱਛੀ ਗੱਲ। ਅਸੀਂ ਰਿਕਾਰਡ ਕੋਈ ਆਪਣੇ ਕੋਲ ਨਹੀਂ ਰੱਖਣਾ ਹੁੰਦਾ, ਅਸੀਂ ਰਿਕਾਰਡ ਉਹਨੂੰ ਵਾਪਸ ਕਰ ਦੇਣਾ ਹੁੰਦਾ। ਅਸੀਂ ਸਿਰਫ ਦੇਖਣਾ ਹੁੰਦਾ ਜਿਹੜੀ ਸਾਡੇ ਕੰਮ ਦੀ ਚੀਜ਼ ਹੈਗੀ ਆ, ਉਹਦੇ ਨਾਲ ਪੇਸ਼ੈਂਟ ਨਾਲ ਰਿਲੇਟਡ ਜਿਹਨਾਂ ਅਸੀਂ ਗਾਈਡਲਾਈਨਸ ਦੇ ਸਕੀਏ ਉਹ ਅਸੀਂ ਨੋਟ ਕਰ ਲਈਦੀਆਂ ਆ। ਬਾਕੀ ਜਿਹੜੀਆਂ ਚੀਜ਼ਾਂ ਹੈਗੀਆਂ ਉਸੇ ਅਕੋਰਡਿੰਗ। ਜਿਹੜਾ ਸਟਾਰਟਿੰਗ ਲੈਵਲ ਵਾਲਾ ਕੋਈ ਵੀ ਪੇਸ਼ੈਂਟ ਹੈਗਾ ਜਿਹਨੂੰ ਹਲੇ ਸਟਾਰਟਿੰਗ ਹੋਈ ਹੈ, ਚਾਹੇ ਸਟੋਨ ਦੀ ਪ੍ਰੋਬਲਮ ਹੈਗੀ ਹੈ ਜਾਂ ਕਿਡਨੀ ਦੀ ਕੋਈ ਹੋਰ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਨਾਲ ਜੂਝ ਰਿਹਾ, ਕਿ ਉਹਨੂੰ ਮਾਡਰਨ ਜਿਹੜਾ ਟ੍ਰੀਟਮੈਂਟ ਹੈ, ਮਾਡਰਨ ਮੈਡੀਸਨ ਹੈ, ਉਹਨੂੰ ਬਿਲਕੁਲ ਨਕਾਰਨਾ ਚਾਹੀਦਾ, ਦੇਸੀ ਤਰੀਕੇ ਨਾਲ ਇਲਾਜ ਕਰਵਾਉਣਾ ਉਹਦੇ ਵਾਸਤੇ ਜ਼ਿਆਦਾ ਸਿਹਤਮੰਦ ਰਹੇਗਾ? ਦੇਖੋ, ਅਸੀਂ ਕਿਸੇ ਵੀ ਪੈਥੀ ਨੂੰ ਨਕਾਰ ਨਹੀਂ ਸਕਦੇ, ਚਾਹੇ ਉਹ ਆਯੁਰਵੇਦ ਆ, ਚਾਹੇ ਕੋਈ ਹੋਮੋਪੈਥਿਕ ਹੈ, ਚਾਹੇ ਕੋਈ ਐਲੋਪੈਥਿਕ ਆ। ਅਸੀਂ ਕਿਸੇ ਵੀ ਪੈਥੀ ਨੂੰ ਨਕਾਰ ਨਹੀਂ ਸਕਦੇ। ਇਹ ਡਿਪੈਂਡ ਕਰਦਾ ਆ, ਇਹ ਡਾਕਟਰ ਹੀ ਸੁਜੈਸਟ ਕਰਦਾ ਆ ਵੀ ਹਾਂ ਵੀ ਇਸ ਵੇਲੇ ਉਹਨੂੰ ਕਿਸ ਲੈਵਲ ਦੇ ਉੱਤੇ ਜ਼ਰੂਰਤ ਹੈ। ਜੇ ਕੋਈ ਸਰਜੀਕਲ ਜਾਂ ਕੋਈ ਹੋਰ ਅੱਗੇ ਚੱਲ ਕੇ ਡਾਇਲਿਸਿਸ ਜਾਂ ਕਿਸੇ ਚੀਜ਼ਾਂ ਦੀ ਜ਼ਰੂਰਤ ਹੈ, ਉਸ ਕੇਸ 'ਚ ਉਹ ਸੈਕੰਡ ਓਪੀਨੀਅਨ ਜ਼ਰੂਰ ਲਵੇ। ਜੀ ਠੀਕ ਹੈ। ਉਹ ਸੈਕੰਡ ਓਪੀਨੀਅਨ ਕੋਈ ਆਲਟਰਨੇਟਿਵ ਮੈਡੀਸਨ ਦਾ ਵੀ ਹੋ ਸਕਦਾ ਆ, ਐਲੋਪੈਥਿਕ ਮੈਡੀਸਨ ਦਾ ਵੀ ਹੋ ਸਕਦਾ ਆ। ਸੋ ਸੈਕੰਡ ਓਪੀਨੀਅਨ ਦੇ ਨਾਲ ਪੇਸ਼ੈਂਟ ਦੀ ਜਿਹੜੀ ਆਪਾਂ ਕਹਾਂਗੇ ਕਿ ਜਿਹੜਾ ਟ੍ਰੀਟਮੈਂਟ ਹੈਗਾ ਉਹ ਇੱਕ ਬਿਹਤਰ ਹੋ ਜਾਂਦਾ ਹੈ। ਜੀ ਠੀਕ ਹੈ ਜੀ। ਸੋ ਫੇਸਬੁੱਕ ਤੇ ਵੀ ਲਾਈਵ ਆ ਜੀ, ਹਰਮਨ ਜੀ ਸਵਾਲ ਪੁੱਛ ਰਹੇ ਨੇ ਕਿ ਸਰ ਤੁਹਾਡਾ ਜਿਹੜਾ ਕਲੀਨਿਕ ਹੈ ਉਹ ਕਿਹੜੀ ਜਗ੍ਹਾ ਦੇ ਉੱਤੇ ਹੈਗਾ ਤੇ ਟਾਈਮਿੰਗ ਕੀ ਹੈਗੀ ਹੈ, ਕਦੋਂ ਅਸੀਂ ਵਿਜ਼ਿਟ ਕਰ ਸਕਦੇ ਹਾਂ? ਜੀ ਕੀ ਕਹੋਗੇ ਸਰ? ਦੇਖੋ, ਸਾਡਾ ਕਲੀਨਿਕ ਇੱਕ ਜਲੰਧਰ 'ਚ ਹੈਗਾ, ਇੱਕ ਚੰਡੀਗੜ੍ਹ ਹੈਗਾ ਆ, ਔਰ ਇਹਦੇ ਟਾਈਮਿੰਗ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੈਗੀ। ਜੀ ਠੀਕ ਹੈ ਜੀ। ਸੋ ਜਿੱਦਾਂ ਸਰ ਨੇ ਦੱਸਿਆ ਤੁਸੀਂ ਆਫਿਸ 'ਚ ਤੁਸੀਂ ਕਲੀਨਿਕ ਦੇ ਵਿੱਚ ਵਿਜ਼ਿਟ ਕਰ ਸਕਦੇ ਹੈਗੇ ਹੋ। ਬਾਕੀ ਨੰਬਰ ਡਿਸਪਲੇ ਹੋ ਰਿਹਾ, ਅਪਾਇੰਟਮੈਂਟ ਲੈ ਕੇ ਜ਼ਰੂਰ ਆਇਆ ਕਰੋ, ਕਿਉਂਕਿ ਕਈ ਵਾਰੀ ਰਸ਼ ਬਹੁਤ ਜ਼ਿਆਦਾ ਹੁੰਦਾ ਹੈ, ਜਿਹੜੇ ਲੋਕ ਨੇ ਪੇਸ਼ੈਂਟ ਨੇ ਉਹ ਆਏ ਹੁੰਦੇ ਨੇ। ਸੋ ਟਾਈਮ ਪ੍ਰੋਪਰ ਤਰੀਕੇ ਨਾਲ ਜੇ ਲੈਣਾ ਚਾਹੁੰਦੇ ਹੋ ਤਾਂ ਅਪਾਇੰਟਮੈਂਟ ਲੈ ਕੇ ਆਇਓ। ਸੋ ਵੇਲਾ ਸਾਡੇ ਕੋਲ ਥੋੜਾ ਜਿਹਾ ਘੱਟ ਹੈਗਾ ਤੇ ਕਤਾਰ ਦਰਸ਼ਕਾਂ ਦੀ ਲੱਗੀ ਹੋਈ ਹੈ, ਸਾਰੀਆਂ ਕਾਲ ਅਸੀਂ ਸ਼ੋਅ ਦੌਰਾਨ ਨਹੀਂ ਲੈ ਪਾਵਾਂਗੇ, ਤੁਸੀਂ ਕਾਲ ਜ਼ਰੂਰ ਕਰਨੀ ਹੈ, ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਜ਼ਰੂਰ ਦਿੱਤਾ ਜਾਊਗਾ। ਸੁਨੇਹਾ ਸਾਡੇ ਜਿਹੜੇ ਦਰਸ਼ਕ ਲਿਵਿੰਗ ਇੰਡੀਆ ਦੀ ਆਡੀਅנס ਜਿਹੜੀ ਤੁਹਾਨੂੰ ਦੇਖ ਰਹੀ ਹੈ, ਉਹਨਾਂ ਸਾਰਿਆਂ ਨੂੰ ਕੀ ਸੁਨੇਹਾ ਦੋਗੇ ਜਿਹੜੇ ਖਾਸ ਤੌਰ ਦੇ ਉੱਤੇ ਗੁਰਦਿਆਂ ਦੇ ਪ੍ਰੋਬਲਮ ਦੇ ਨਾਲ ਜੂਝ ਰਹੇ ਨੇ ਇਸ ਵੇਲੇ? ਦੇਖੋ, ਜਿਹੜੇ ਤਾਂ ਗੁਰਦਿਆਂ ਦੇ ਪ੍ਰੋਬਲਮ ਨਾਲ ਜੂਝ ਰਹੇ ਆ ਉਹਨਾਂ ਵਾਸਤੇ ਤਾਂ ਸਿੰਪਲ ਗੱਲ ਆ ਕਿ ਉਹ ਪ੍ਰੋਪਰ ਕਿਸੇ ਵੀ ਡਾਕਟਰ ਤੋਂ ਸਲਾਹ ਲੈਣ, ਔਰ ਡਾਕਟਰ ਦੀਆਂ ਗਾਈਡਲਾਈਨਸ ਔਰ ਡਾਈਟ ਗਾਈਡਲਾਈਨਸ ਬੜੀਆਂ ਇੰਪੋਰਟੈਂਟ